ਸਤਿ ਸ੍ਰੀ ਅਕਾਲ ਤੇ ਸਭ ਨੂੰ ਪ੍ਰੇਮ ਭਰਾ ਨਮਸਕਾਰ। ਮੈਂ ਨੀਤੂ ਮਨਚੰਦਾ PSSM ਬਲੇਸਿੰਗ ਆਡੀਓ ਟੀਮ ਦੇ ਵੱਲੋਂ ਹਾਂ। ਅੱਜ ਮੈਂ ਇਸ ਆਡੀਓ ਵਿੱਚ ਤੁਹਾਡੇ ਸਭ ਦੇ ਨਾਲ ਪਿਆਰੇ ਪਿਤਾਮਹ ਬ੍ਰਹਮ ਰਿਸ਼ੀ ਪਤਰੀ ਜੀ ਦੁਆਰਾ ਲਿਖੀ ਕਿਤਾਬ ਕਰਮ ਸਿਧਾਂਤ ਤੋਂ ਸਮਰੱਥ ਮਾਰਗ ਯਾਨੀ ਸੱਚਾ ਮਾਰਗ ਦੇ ਬਾਰੇ ਵਿੱਚ ਅੱਗੇ ਦੀ ਜਾਣਕਾਰੀ ਸ਼ੇਅਰ ਕਰਾਂਗੀ। ਪਿਤਾਮਹ ਲਿਖਦੇ ਨੇ, ਕਰਮ ਚੱਕਰ ਵਿੱਚ ਸਾਰੇ ਬੰਦੀ ਕਿਉਂ ਹਨ? ਇਸ ਦੀ ਚਰਚਾ ਕਰਨ ਤੋਂ ਪਹਿਲੇ ਮੈਂ ਹੁਣ ਤੱਕ ਜਾਣੇ ਹੋਏ ਵਿਸ਼ਿਆਂ ਦਾ ਵਿਵਰਣ ਦੇਵਾਂਗਾ। ਸਭ ਤੋਂ ਪਹਿਲੇ ਸਮਝਾਂਗੇ ਰੱਬ ਨੇ ਦੋ ਖੇਤਰਾਂ ਦੀ ਰਚਨਾ ਕਿਉਂ ਕੀਤੀ। ਸ੍ਰਿਸ਼ਟੀਕਰਤਾ ਪਰਮਾਤਮਾ ਪ੍ਰੇਮ ਦਾ ਸਰੂਪ ਹਨ, ਇਸ ਲਈ ਉਹਨਾਂ ਨੇ ਇਹ ਵਿਚਾਰ ਕੀਤਾ ਕਿ ਮੇਰੀ ਅੰਸ਼ ਰੂਪੀ ਆਤਮਾ ਵੀ ਮੇਰੀ ਤਰ੍ਹਾਂ ਹੀ ਸਿਰਜਣ ਦਾ ਕੰਮ ਕਰ ਸਕਣ। ਖੁਦ ਨੂੰ ਜਾਣ ਕਰ ਪਰਮ ਸੱਚ ਨੂੰ ਉਹ ਵੀ ਸਮਝਣ। ਪਰਮ ਸੱਚ ਨੂੰ ਸਮਝਣ ਲਈ ਆਤਮਾਵਾਂ ਨੂੰ ਇੱਛਾਵਾਂ ਤੇ ਉਦਵੇਗਾਂ ਨੂੰ ਮਹਿਸੂਸ ਕਰਨਾ ਹੀ ਪਵੇਗਾ, ਪਰ ਜੇ ਇਹਨਾਂ ਦੇ ਨਾਲ ਜ਼ਿਆਦਾ ਖੇਡਣਗੇ ਤੇ ਅਗਿਆਨ ਦੇ ਗੱਡੇ ਵਿੱਚ ਗਿਰ ਜਾਣਗੇ। ਸਤਿਮੈ ਪ੍ਰੇਮ, ਆਨੰਦ, ਗਿਆਨ ਵਿਗਿਆਨ ਨੂੰ ਸਮਝਣ ਲਈ ਸਾਰੀ ਪਰੀਖਿਆਵਾਂ ਦਾ ਸਾਹਮਣਾ ਕਰਨਾ ਪਵੇਗਾ। ਸ੍ਰਿਸ਼ਟੀਕਰਤਾ ਨੇ ਇੱਕ ਆਦਰਸ਼ ਪਿਤਾ ਦੀ ਤਰ੍ਹਾਂ ਸਾਰੀ ਆਤਮਾਵਾਂ ਨੂੰ ਕਈ ਪ੍ਰਯੋਗ ਕਰਨ ਦੀ ਪੂਰੀ ਆਜ਼ਾਦੀ ਦਿੱਤੀ ਹੈ। ਉਹਨਾਂ ਦੀ ਤਰੱਕੀ ਵਿੱਚ ਕਦੀ ਵੀ ਦਖਲ ਨਾ ਦੇਣ ਦਾ ਡਿਸੀਜ਼ਨ ਲਿੱਤਾ ਹੈ। ਫਿਰ ਉਹ ਕਿਸ ਤਰ੍ਹਾਂ ਆਤਮਾ ਦੀ ਤਰੱਕੀ ਦੇ ਬਾਰੇ ਵਿੱਚ ਡਿਸਾਈਡ ਕਰਨਗੇ ਜਾਂ ਉਹਨਾਂ ਦੇ ਵਿੱਚ ਇੰਟਰਫੇਅਰ ਕਰਨਗੇ। ਇਸ ਲਈ ਹੀ ਉਹਨਾਂ ਨੇ ਯੂਨੀਵਰਸਲ ਲਾਅ ਕਰਮ ਚੱਕਰ ਨੂੰ ਰਚਿਆ। ਆਤਮਾ ਜਦ ਆਪਣੇ ਕਰਮ ਨੂੰ ਭੋਗਣ ਦੇ ਬਾਅਦ ਇੱਕ ਲੈਵਲ ਤੱਕ ਆ ਜਾਂਦੀ ਹੈ ਤਦ ਉਹਨੂੰ ਇਸ ਨਿਯਮ ਦੀ ਸਮਝ ਵੀ ਮਿਲ ਜਾਂਦੀ ਹੈ। ਖਾਲੀ ਸੱਚਾਈ ਨਾਲ ਖੋਜਣ ਵਾਲੇ ਨੂੰ ਹੀ ਇਸ ਜ਼ਰੂਰੀ ਗਿਆਨ ਵਿਗਿਆਨ ਦੀ ਜਾਣਕਾਰੀ ਹੁੰਦੀ ਹੈ, ਹਰ ਕਿਸੇ ਨੂੰ ਨਹੀਂ। ਹਰੇਕ ਆਤਮਾ ਨੂੰ ਆਪਣੀ ਤਰੱਕੀ ਲਈ ਪਰੀਖਣ ਕਰਨਾ ਹੈ। ਇਸ ਲਈ ਸਵੇਛਾ, ਸੁਤੰਤਰਤਾ, ਵਾਸਨਾ, ਉਦੇਸ਼ੇ ਇਹ ਸਭ ਸਵਛੰਦ ਖੇਤਰ ਹੋਏ। ਆਤਮਾਵਾਂ ਨੂੰ ਇੱਕ ਲੈਵਲ 'ਤੇ ਪਹੁੰਚਣ ਦੇ ਬਾਅਦ ਇੱਛਾ, ਉਦਵੇਗ ਤੇ ਡੀਪ ਸਾਇੰਸ ਉਹਨਾਂ ਦੀ ਮੰਜ਼ਿਲ 'ਤੇ ਪਹੁੰਚਣ ਦੀ ਰਾਹ ਵਿੱਚ ਬਲੌਕ ਬਣ ਸਕਦੇ ਹਨ। ਇਸ ਆਸ਼ੰਕਾ ਨੂੰ ਦੂਰ ਕਰਨ ਲਈ ਸ੍ਰਿਸ਼ਟੀਕਰਤਾ ਨੇ ਇਨ ਸਭ ਆਤਮਾਵਾਂ ਦੀ ਮਦਦ ਵਾਸਤੇ ਵਿਵੇਕ ਆਤਮਾਵਾਂ ਦੇ ਖੇਤਰ ਦਾ ਸਿਰਜਣ ਕੀਤਾ। ਹੁਣ ਪ੍ਰਸ਼ਨ ਇਹ ਉੱਠਦਾ ਹੈ, ਕਿਆ ਵਿਵੇਕ ਖੇਤਰ ਵਿੱਚ ਜ਼ਿਆਦਾ ਗਿਆਨ ਹੁੰਦਾ ਹੈ? ਵਿਵੇਕ ਖੇਤਰ ਵਿੱਚ ਵਿਗਿਆਨ ਬਹੁਤ ਜ਼ਿਆਦਾ ਹੈ, ਤਰੱਕੀ ਵੀ ਸਪੀਡ ਨਾਲ ਹੁੰਦੀ ਹੈ, ਸਿਰਜਨਾਤਮਕ ਸ਼ਕਤੀ ਵੀ ਬਹੁਤ ਉੱਨਤ ਸਥਿਤੀ ਵਿੱਚ ਹੈਗੀ, ਲੇਕਿਨ ਪਰਿਣਾਮ ਸੰਬੰਧਿਤ ਦੂਜੇ ਖੇਤਰ ਦੀ ਤਰ੍ਹਾਂ ਪ੍ਰੇਮ ਤੇ ਉਦਵੇਗ ਦੇ ਬਾਰੇ ਵਿੱਚ ਗਿਆਨ ਨਹੀਂ ਹੈ। ਇਸ ਖੇਤਰ ਵਿੱਚ ਰਹਿਣ ਵਾਲੀ ਆਤਮਾ ਆਪਣੇ ਸਿਰਜਨਾਤਮਕ ਸ਼ਕਤੀ ਦੇ ਕਾਰਨ ਤੇ ਸਵਾਰਥ ਚਿੰਤਨ ਵਿੱਚ ਪੈ ਕੇ ਖੁਦ ਨੂੰ ਰੱਬ ਦੇ ਸਮਾਨ ਸਮਝਦੀਆਂ ਨੇ। ਲੇਕਿਨ ਸਵਛੰਦ ਖੇਤਰ ਤੋਂ ਉੱਨਤ ਸਿਖਰ ਤੱਕ ਪਹੁੰਚਣ ਵਾਲੇ ਮਾਸਟਰਸ ਆਪਣੇ ਸਵਾਰਥੀ ਇੱਛਾ ਨਾ ਹੋਣ ਦੇ ਕਾਰਨ ਆਨੰਦ, ਪ੍ਰੇਮ ਤੇ ਲੋਕ ਕਲਿਆਣ ਦੀ ਭਾਵਨਾ ਨਾਲ ਇਸ ਲੋਕ ਦੀ ਸਹਾਇਤਾ ਕਰਦੇ ਨੇ ਤਥਾ ਕਰਨ ਦੇ ਬਾਰੇ ਵਿੱਚ ਵੀ ਸੋਚਦੇ ਹਨ। ਨਾਲੇ ਵਿਵੇਕ ਖੇਤਰ ਦੀ ਆਤਮਾ ਸਵਛੰਦ ਖੇਤਰ ਦੀ ਆਤਮਾਵਾਂ ਨੂੰ ਗਿਆਨ ਦੇਣ ਵਾਸਤੇ ਫਾਇਦੇਮੰਦ ਹੋ ਸਕਦੀਆਂ ਨੇ। ਇਸ ਲਈ ਉਹ ਆਪਣੀ ਸਹਿਣਸ਼ੀਲਤਾ ਤੇ ਸ਼ਕਤੀ ਦੇ ਗੁਣਾਂ ਤੋਂ ਯੁਕਤ ਹੋਣ ਦੇ ਕਾਰਨ ਵਿਵੇਕ ਖੇਤਰ ਦੀ ਕੁਝ ਆਤਮਾਵਾਂ ਨੂੰ ਉੱਨਤ ਹੋਣ ਦੀ ਪ੍ਰਕਿਰਿਆ ਦੇ ਵਿੱਚ ਸਵਛੰਦ ਖੇਤਰ ਵਿੱਚ ਲਾਉਣ ਦੀ ਕੋਸ਼ਿਸ਼ ਕਰਦੀਆਂ ਨੇ, ਤਾਂ ਕਿ ਉਹ ਅਗਿਆਨੀ, ਭੋਲੀ ਤੇ ਨਿਮਨ ਸਥਿਤੀ ਵਿੱਚ ਰਹਿਣ ਵਾਲੀ ਆਤਮਾਵਾਂ ਨੂੰ ਉੱਨਤ ਸਥਿਤੀ ਤੱਕ ਪਹੁੰਚਣ ਵਿੱਚ ਹੈਲਪ ਕਰਨ। ਇਸ ਵਾਸਤੇ ਉਹ ਸਹੀ ਵਕਤ 'ਤੇ ਸਹੀ ਆਤਮਾਵਾਂ ਦਾ ਇੰਤਜ਼ਾਰ ਕਰਦੀਆਂ ਨੇ। ਉਹਨਾਂ ਦੀ ਸਵਾਰਥ ਰਹਿਤ ਕੋਸ਼ਿਸ਼ ਦੇ ਕਾਰਨ ਵਿਵੇਕ ਖੇਤਰ ਦੀ ਆਤਮਾ ਉਹਨਾਂ ਨੂੰ ਗਿਆਨ ਦੇਣ ਖਾਤਰ ਉਸ ਖੇਤਰ ਵਿੱਚ ਆਉਣ ਲੱਗਦੀਆਂ ਹਨ। ਹੁਣ ਵਿਵੇਕ ਖੇਤਰ ਵਿੱਚ ਵੀ ਕਈ ਚੇਂਜਸ ਹੋ ਰਹੇ ਹਨ। ਵਿਵੇਕ ਖੇਤਰ ਦੀ ਆਤਮਾ ਵੀ ਜਿਸ ਤਰ੍ਹਾਂ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ, ਉਸ ਤਰ੍ਹਾਂ ਹੀ ਸੱਚ ਦੇ ਦੂਸਰੇ ਪਾਸੇ ਦਾ ਅਨੁਭਵ ਕਰਨ ਲਈ ਤੇ ਆਪਣੀ ਸਪੀਡ ਯਾਨੀ ਛੇਤੀ ਉન્નਤੀ ਵਾਸਤੇ
ਸਵੱਛੰਦ ਖੇਤਰ ਵਿੱਚ ਜਨਮ ਲੈਣ ਦਾ ਡਿਸੀਜ਼ਨ ਲੈ ਰਹੀਆਂ ਹਨ। ਹੁਣ ਇੱਕ ਔਰ ਸਮਝਣ ਵਾਲੀ ਗੱਲ ਇਹ ਹੈ ਕਿ ਆਪਣੀ ਆਤਮਾ ਦੀ ਉન્નਤੀ ਚਾਹਣ ਵਾਲੀ ਆਤਮਾ ਨੂੰ ਆਪਣੇ ਖੇਤਰ ਨੂੰ ਚੇਂਜ ਕਰਨ ਦਾ ਚਾਂਸ ਮਿਲਦਾ ਹੈ। ਸਵੱਛੰਦ ਖੇਤਰ ਵਿੱਚ ਇੱਕ ਵਾਰ ਪ੍ਰਵੇਸ਼ ਕਰਨ ਦੇ ਬਾਅਦ ਵਿਵੇਕ ਖੇਤਰ ਦੀ ਆਤਮਾ ਖੁਦ ਹੀ ਜਾਣ ਜਾਂਦੀ ਹੈ ਕਿ ਇੱਥੇ ਕਾਫੀ ਡਿਫਰੈਂਸ ਹੈਗਾ, ਕਿਉਂਕਿ ਵਿਵੇਕ ਖੇਤਰ ਦੀ ਆਤਮਾ ਵਿਗਿਆਨ ਦੇ ਵਿੱਚ ਕਾਫੀ ਤਰੱਕੀ ਕਰਕੇ ਅੱਗੇ ਹੋਣ ਦੇ ਕਾਰਨ ਆਪਣੇ ਗਿਆਨ ਨੂੰ ਆਸਾਨੀ ਨਾਲ ਸਮਝਾ ਪਾ ਰਹੀਆਂ ਹਨ। ਥੋੜ੍ਹੇ ਚਿਰ ਤੱਕ ਇਹ ਬਹੁਤ ਵਧੀਆ ਪ੍ਰੈਕਟਿਸ ਰਹੀ, ਪਰ ਥੋੜ੍ਹੇ ਸਮੇਂ ਬਾਅਦ ਜਦ ਵਿਵੇਕ ਖੇਤਰ ਦੀ 2-3 ਆਤਮਾ ਇੱਕ ਹੀ ਜਗ੍ਹਾ 'ਤੇ ਗਿਆਨ ਦੇਣ ਲੱਗੀਆਂ, ਉਹਨਾਂ ਦੇ ਵਿੱਚ ਕੰਪੀਟੀਸ਼ਨ ਸ਼ੁਰੂ ਹੋ ਕੇ ਸੈਲਫਿਸ਼ ਫੀਲਿੰਗ ਪਲਣ ਲੱਗੀ। ਉਹਨਾਂ ਦੇ ਵਿੱਚ ਐਕਸਟਰਾ ਆਰਡੀਨਰੀ ਇੰਟੈਲੀਜੈਂਸ ਹੋਣ ਦੇ ਕਾਰਨ ਉਹ ਕੰਟਰੋਲ ਤੇ ਡੋਮੀਨੇਟ ਕਰਨ ਲੱਗੀਆਂ। ਨਾਲੇ ਉਹਨਾਂ ਨੂੰ ਇਹ ਖੇਲ ਵੀ ਬਹੁਤ ਇੰਟਰਸਟਿੰਗ ਲੱਗਿਆ। ਦੋਸਤੋ, ਅੱਜ ਦੇ ਲਈ ਇੰਨਾ ਹੀ। ਅੱਗੇ ਦੀ ਜਾਣਕਾਰੀ ਅਸੀਂ ਅਗਲੇ ਆਡੀਓ ਵਿੱਚ ਹਾਸਲ ਕਰਾਂਗੇ। ਧੰਨਵਾਦ, ਸ਼ੁਕਰੀਆ।